बहुत ही सत्कारयोग मोअज़्ज़िज़ हाज़रीन, आओ सब तो पहला गुरुदेव पातशाह की बख्शिश पवित्र फतेह बुलंद करिए। सत्कार सहित आखना जी वाहिगुरू जी का खालसा वाहिगुरू जी की फतेह। ज्ञानी दित सिंह जी मेरे ख्याल दे नाल नाम तो असी सारे ही जानते हैं। 1931-32 ਦੇ ਵਿੱਚ ਉਹਨਾਂ ਵੱਲੋਂ ਲਿਖੀ ਇੱਕ ਕਿਤਾਬ ਗੁਰਮਤ ਆਰਤੀ ਪ੍ਰਬੋਧ ਅੱਜ ਦੇ ਸਮੇਂ ਦੇ ਵਿੱਚ ਵੀ ਉਨੀ ਸਾਰਥਿਕ ਹੈ, ਉਨੀ ਹੀ ਮਹੱਤਤਾ ਹੈ ਜਿੰਨੀ ਉਸ ਸਮੇਂ ਸੀ। ਉਸ ਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਜਿਸ ਤਰ੍ਹਾਂ ਮੈਂ ਉਸ ਕਿਤਾਬ ਦੀ ਜੇਕਰ ਤੁਹਾਡੇ ਨਾਲ ਗੱਲ ਕਰਾਂ, ਗੁਰਮਤ ਆਰਤੀ ਪ੍ਰਬੋਧ ਦੀ ਜਿਹੜੀ ਗਿਆਨੀ ਦਿੱਤ ਸਿੰਘ ਹੁਣਾਂ ਦੀ ਲਿਖੀ ਹੋਈ ਹੈ, ਤਾਂ ਆਰੰਭ ਦੇ ਵਿੱਚ ਕਹਿੰਦੇ ਨੇ ਕਿ ਸਾਡੇ 4 ਤਖਤਾਂ ਦੇ ਉੱਪਰ, ਕਿਉਂਕਿ ਤਖਤ ਦਮਦਮਾ ਸਾਹਿਬ ਨੂੰ ਤਖਤ ਦਾ ਜਿਹੜਾ ਸਿੱਖਾਂ ਦੇ ਵੱਲੋਂ ਕਹਿ ਸਕਦੇ ਹੋ ਕਿ ਮਾਨਤਾ ਬਾਅਦ ਦੇ ਵਿੱਚ ਦਿੱਤੀ ਗਈ ਹੈ। ਪਹਿਲਾਂ 4 ਤਖਤ ਜਿਹੜੇ ਸੀਗੇ ਉਹਨਾਂ ਨੂੰ ਮੰਨਿਆ ਜਾਂਦਾ ਸੀ। ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ। ਸੋ ਦਮਦਮਾ ਸਾਹਿਬ ਬਾਅਦ ਦੇ ਵਿੱਚ ਬਤੌਰ ਤਖਤ ਪ੍ਰਵਾਨਿਤ ਕੀਤਾ ਗਿਆ। ਉਹ ਕਹਿੰਦੇ ਨੇ 4 ਤਖਤਾਂ ਦੇ ਉੱਪਰ ਉਹ ਆਰਤੀ ਹੋ ਰਹੀ ਹੈ ਜਿਸ ਆਰਤੀ ਦਾ ਖੰਡਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਕੀਤਾ। ਪਰ ਕਹਿੰਦੇ ਅਜੀਬ ਗੱਲ ਹੈ ਕਿ ਜੋ ਹੋ ਰਿਹਾ ਹੈ ਉਹ ਤਾਂ ਪੰਡਿਤ ਵੀ ਕਰ ਰਿਹਾ ਸੀ। ਉਹ ਵੀ ਆਰਤੀ ਦੇ ਵਿੱਚ ਥਾਲੀ ਦੇ ਵਿੱਚ ਦੀਵੇ ਸਜਾ ਲੈਂਦਾ ਸੀ ਤੇ ਉਹ ਵੀ ਆਰਤੀ ਕਰਦਾ ਸੀ। ਉਹ ਮੂਰਤੀ ਦੇ ਅੱਗੇ ਕਰਦਾ ਸੀ, ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਕਰ ਰਹੇ ਹਾਂ। ਅੰਤਰ ਤਾਂ ਕੁਛ ਵੀ ਨਹੀਂ। ਤੇ ਕਹਿੰਦੇ ਜਿੰਨੇ ਸ਼ਬਦ ਪੜ੍ਹੇ ਜਾਂਦੇ ਨੇ, ਮੈਂ ਲੜੀਵਾਰ ਉਹਨਾਂ ਦੀ ਵਿਚਾਰ ਵੀ ਤੁਹਾਡੇ ਨਾਲ ਕਰਦਾ, ਜਿਹੜੇ ਸ਼ਬਦ ਪੜ੍ਹੇ ਜਾ ਰਹੇ ਨੇ ਉਹ ਸਾਰੇ ਹੀ ਇਸ ਆਰਤੀ ਦਾ ਖੰਡਨ ਕਰ ਰਹੇ ਆ। ਫਿਰ ਮੈਨੂੰ ਕਬੀਰ ਸਾਹਿਬ ਦੀ ਉਹ ਗੱਲ ਚੇਤੇ ਆਉਂਦੀਆਂ ਨੇ ਕਿ ਮਨ ਜਾਣਤ ਸਭ ਬਾਤ, ਜਾਣਤ ਹੀ ਔਗਨ ਕਰੇ, ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪੜੇ। ਵੀ ਮਨ ਜਾਣਦਾ ਵੀ ਹੈ ਜੋ ਕੀਤਾ ਜਾ ਰਿਹਾ ਗਲਤ ਹੈ, ਜਾਣ ਬੁੱਝ ਕੇ ਉਹ ਕਰ ਰਹੇ ਹੈ ਜੋ ਗੁਰੂ ਨੇ ਰੋਕਿਆ, ਕਰ ਉੱਥੇ ਰਹੇ ਹੈ ਜਿੱਥੇ ਗੁਰੂ ਸੁਸ਼ੋਭਤ ਹੈ। ਤੇ ਫਿਰ ਕਾਹੇ ਕੀ ਕੁਸ਼ਲਾਤ, ਸਿਆਣਪ ਕਾਹਦੀ ਹੈ, ਗੁਰੂ ਤੋਂ ਸਿੱਖਿਆ ਕੀ ਹੈ। ਹਾਥ ਦੀਪ, ਹੱਥ ਦੇ ਵਿੱਚ ਦੀਵਾ ਫੜਿਆ, ਖੂਹ 'ਚ ਡਿੱਗਦੇ ਜਾ ਰਹੇ ਆ। ਭਾਵ ਜਿਸ ਗੁਰੂ ਸਾਹਿਬਾਨ ਨੇ ਇਹ ਗੱਲ ਕਹਿ ਦਿੱਤੀ ਕਿ ਇਸ ਆਰਤੀ ਦਾ ਉਸ ਪਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਕੋਈ ਵੀ ਸਾਕਾਰ ਰੂਪ ਦੇ ਵਿੱਚ ਸਵੀਕਾਰਤਾ ਨਹੀਂ ਹੈਗੀ, ਜਾਂ ਇਸ ਦਾ ਕੋਈ ਪ੍ਰਯੋਜਨ ਨਹੀਂ ਇਸ ਤਰ੍ਹਾਂ ਦਾ ਕਿ ਅਸੀਂ ਉਸ ਪਰਮਾਤਮਾ ਨੂੰ ਖੁਸ਼ ਕਰ ਸਕੀਏ। ਸੋ ਉਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਥਾਲੀ ਦੇ ਵਿੱਚ ਦੀਵੇ ਰੱਖ ਲੈਣੇ। ਆਰਤੀ ਮੂਲ ਸ਼ਬਦ ਸੰਸਕ੍ਰਿਤ ਦਾ, ਔਰ ਆਰੰਭਲਾ ਸ਼ਬਦ ਆਰਤ, ਦੀਨ ਮੰਗਣ ਵਾਲਾ, ਆਪਣੇ ਇਸ਼ਟ ਦੇ ਕੋਲੋਂ ਆਰਤੀ ਮੰਗਣ ਵਾਲੇ ਦੀ ਉਹ ਕਿਰਿਆ ਸੰਸਕ੍ਰਿਤ ਦੇ ਵਿੱਚ। ਸੋ ਜਗਨਨਾਥਪੁਰੀ ਗੁਰੂ ਨਾਨਕ ਦੇਵ ਮਹਾਰਾਜ ਜਾਂਦੇ ਨੇ। ਹੁਣ ਆਰਤੀ ਦੇ ਵਿੱਚ ਖੜੇ ਹੋਣਾ ਪੈਂਦਾ ਹੈ। ਹੁਣ ਇਸ ਗੱਲ ਨੂੰ ਥੋੜ੍ਹਾ ਸਮਝਣ ਦਾ ਯਤਨ ਕਰਿਓ ਕਿ ਜਦੋਂ ਗੁਰੂ ਸਾਹਿਬ ਖਾਨਾ ਕਾਬਾ ਮੱਕਾ ਸ਼ਹਿਰ ਦੇ ਵਿੱਚ ਜਾਂਦੇ ਨੇ ਤੇ ਉਦੋਂ ਨਮਾਜ਼ ਦੇ ਵਿੱਚ ਝੁਕਣਾ ਪੈਂਦਾ ਹੈ, ਗੁਰੂ ਸਾਹਿਬ ਲੇਟੇ ਪਏ ਨੇ। ਜਦੋਂ ਹਰਿਦੁਆਰ ਜਾਂਦੇ ਨੇ ਤੇ ਉਹ ਸੂਰਜ ਨੂੰ ਪਾਣੀ ਦੇ ਰਹੇ ਨੇ, ਗੁਰੂ ਸਾਹਿਬ ਉਲਟ ਦਿਸ਼ਾ ਵੱਲ ਦੇ ਰਹੇ ਨੇ। ਤੇ ਜਦੋਂ ਉਹ ਜਗਨਨਾਥਪੁਰੀ ਕਰਦੇ ਨੇ, ਜਾਂਦੇ ਨੇ, ਉਦੋਂ ਆਰਤੀ ਦੇ ਵਿੱਚ ਸਭ ਖੜੇ ਹੋਏ ਨੇ, ਗੁਰੂ ਸਾਹਿਬ ਬੈਠੇ ਨੇ। ਜਗਨਨਾਥਪੁਰੀ ਦਾ ਪੁਜਾਰੀ ਆਰਤੀ ਕਰ ਰਿਹਾ, ਔਰ ਆਰਤੀ ਦਾ ਵੀ ਇੱਕ ਵਿਧਾਨ ਹੁੰਦਾ ਹੈ ਕਿ ਜਿਹੜੀ ਸਾਹਮਣੇ ਮੂਰਤੀ ਹੁੰਦੀ ਹੈ ਉਹਦੇ ਚਰਨਾਂ ਦੇ ਉੱਪਰ 4 ਵਾਰੀ ਥਾਲੀ ਘੁਮਾਉਣੀ ਪੈਂਦੀ ਹੈ, ਫਿਰ ਉਹਦੇ ਪੇਟ ਦੇ ਉੱਪਰ 2 ਵਾਰੀ, ਤੇ 1 ਵਾਰੀ ਉਹਦੇ ਮੂੰਹ ਦੇ ਸਾਹਮਣੇ।
ਇਹ 7 ਵਾਰੀ ਹੋ ਗਈ, 4 ਤੇ 2 6 ਤੇ 1 7, ਫਿਰ 7 ਵਾਰੀ ਸਾਰੇ ਸਰੀਰ ਦੇ ਉੱਪਰੋਂ। ਤੇ ਜਿਹੜੀ ਥਾਲੀ ਆ ਉਹਦੇ ਵਿੱਚ ਦੀਵਿਆਂ ਦੀ ਗਿਣਤੀ ਨਿਰਧਾਰਤ ਹੁੰਦੀ ਹੈ ਕਿ 1 ਤੋਂ ਘੱਟ ਨਾ ਹੋਵੇ, 100 ਤੋਂ ਵੱਧ ਨਾ ਹੋਵੇ। 1 ਤਾਂ ਰੱਖਣਾ ਪੈਣਾ, ਘੱਟੋ ਘੱਟ ਗਿਣਤੀ ਹੈ ਨਾ। ਸੋ 100 ਤੋਂ ਵੱਧ ਨਾ ਹੋਵੇ, 1 ਤੋਂ 100 ਤੱਕ ਥਾਲੀ ਦੇ ਵਿੱਚ ਦੀਵੇ ਜਿਹੜੇ ਉਹ ਰੱਖੇ ਜਾ ਸਕਦੇ ਨੇ। ਹੁਣ ਗੁਰੂ ਸਾਹਿਬ ਬੈਠੇ ਨੇ, ਪੁਜਾਰੀ ਆਰਤੀ ਕਰ ਰਿਹਾ ਹੈ, ਤੇ ਆਰਤੀ ਕਰਨ ਤੋਂ ਬਾਅਦ ਜਦੋਂ ਵੇਖਦਾ ਹੈ ਕਿ ਗੁਰੂ ਸਾਹਿਬ ਆਰਤੀ 'ਚ ਨਹੀਂ ਖੜੇ ਹੋਏ, ਤਾਂ ਆ ਕੇ ਸਵਾਲ ਜਵਾਬ ਕਰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਇਸ ਆਰਤੀ ਦੇ ਵਿੱਚ ਇਸ ਕਰਕੇ ਖੜਾ ਨਹੀਂ ਹੋਇਆ ਕਿਉਂਕਿ ਆਰਤੀ ਕੀਤੀ ਹੀ ਨਹੀਂ ਜਾ ਸਕਦੀ, ਔਰ ਇਹ ਆਰਤੀ ਹੈ ਹੀ ਨਹੀਂ, ਇਹ ਹੈ ਵੀ ਨਹੀਂ ਤੇ ਕੀਤੀ ਵੀ ਨਹੀਂ ਜਾ ਸਕਦੀ। ਉਹਦਾ ਕਾਰਨ ਕੀ ਹੈ ਕਿ ਪਰਮਾਤਮਾ ਕੇਵਲ ਤੇ ਕੇਵਲ ਇੱਕ ਪੱਥਰ ਦੀ ਮੂਰਤੀ ਤੱਕ ਸੀਮਤ ਨਹੀਂ ਹੈ, ਨਹੀਂ ਕੀਤੀ ਜਾ ਸਕਦੀ ਆਰਤੀ। ਸੋ ਗੁਰਦੇਵ ਪਾਤਸ਼ਾਹ ਨੇ ਜਿਹੜਾ ਉੱਥੇ ਸ਼ਬਦ ਉਚਾਰਨ ਕੀਤਾ, ਅਸੀਂ ਸਾਰੇ ਹੀ ਉਸ ਸ਼ਬਦ ਦਾ ਕੀਰਤਨ ਸੋਹਲੇ ਦੇ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਪਾਠ ਤੇ ਜ਼ਰੂਰ ਕਰਦੇ ਹਾਂ, ਪਰ ਕਦੀ ਉਸ ਆਰਤੀ ਨੂੰ ਸਮਝਣ ਦਾ ਯਤਨ ਕੀਤਾ ਹੈ ਕਿ ਉਹ ਆਰਤੀ ਕਿਵੇਂ ਦੀ ਹੈ ਜਿਸ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੋਵੇਗੀ। ਜੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੋਵੇਗੀ ਕਿ ਥਾਲੀ ਦੇ ਵਿੱਚ ਰੱਖੇ ਹੋਏ ਜਿਹੜੇ ਦੀਵੇ ਨੇ, ਇਹਨਾਂ ਦੇ ਨਾਲ ਉਸ ਅਕਾਲ ਪੁਰਖ ਦੀ ਆਰਤੀ ਨਹੀਂ ਹੋ ਸਕਦੀ, ਤਾਂ ਫਿਰ ਉਸ ਅਕਾਲ ਪੁਰਖ ਦੀ ਇਸ ਬ੍ਰਹਿਮੰਡ ਦੇ ਵਿੱਚ ਆਰਤੀ ਕਿਵੇਂ ਦੀ ਹੋ ਰਹੀ ਹੈ। ਤੇ ਉਹ ਸ਼ਬਦ ਅਸੀਂ ਰੋਜ਼ ਪੜ੍ਹਦੇ ਹਾਂ, ਗगन में थाल रव चंद दीपक बने तारका मंडल जनक मोती धूप मलयानरो पवन चवरो करे सगल बनराए फुलंत ज्योति कैसी आरती होए भव खंडना तेरी आरती। ये है आरती ਜਿਹੜੀ ਉਸ ਅਕਾਲ ਪੁਰਖ ਦੀ ਆਰਤੀ ਉਸ ਦੀ ਕੁਦਰਤ ਆਪਣੇ ਆਪ ਹੀ ਕਰ ਰਹੀ ਹੈ, ਕਿਉਂਕਿ ਸਾਰੀ ਕੁਦਰਤ ਦੇ ਵਿੱਚ ਵੀ ਉਹ ਵਸ ਰਿਹਾ ਹੈ ਨਿਰਾਕਾਰ ਰੂਪ ਦੇ ਵਿੱਚ, ਤੇ ਸਾਰੀ ਕੁਦਰਤ ਜੋ ਦਿਸ ਰਹੀ ਹੈ ਇਹ ਉਸ ਦਾ ਸਰਾਕਾਰ ਰੂਪ ਹੈ। ਸੋ ਫਿਰ ਕਿੱਥੇ ਕੀਤੀ ਜਾ ਸਕਦੀ ਹੈ ਮਨੁੱਖ ਦੇ ਹੱਥਾਂ ਦੇ ਨਾਲ ਉਸ ਦੀ ਆਰਤੀ? ਹਾਂ, ਉਸ ਦੀ ਬਣਾਈ ਖਲਕਤ ਦੀ ਸੇਵਾ ਤਾਂ ਇਹਨਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ, ਪਰ ਜੇਕਰ ਕਹੀਏ ਕਿ ਅਸੀਂ ਉਸ ਦੀ ਆਰਤੀ ਕੀਤੀ ਜਾ ਸਕਦੀ ਹੈ ਤਾਂ ਬਿਲਕੁਲ ਨਹੀਂ। ਇਸੇ ਤਰ੍ਹਾਂ ਭਗਤ ਸੈਣ ਜੀ ਦਾ ਵੀ ਸ਼ਬਦ ਪੜ੍ਹਿਆ ਜਾਂਦਾ ਹੈ, ਤੇ ਉਹ ਵੀ ਬੜੀ ਪਿਆਰੀ ਗੱਲ ਕਰਦੇ ਨੇ। ਕਹਿੰਦੇ ਨੇ ਕਿ ਜੇਕਰ ਉਸੇ ਸ਼ਬਦ ਦੇ ਵਿੱਚ ਗੱਲ ਕਰਦੇ ਨੇ, ਕਹਿੰਦੇ ਜੇਕਰ ਸੱਚਮੁੱਚ ਹੀ ਆਰਤੀ ਕਰਨੀ ਹੈ ਤੇ ਥਾਲੀ ਦੇ ਵਿੱਚ ਫਿਰ ਰੱਖ ਕੀ? ਉੱਤਮ ਦੇਰਾ ਨਿਰਮਲ ਬਾਤੀ। ਫਿਰ ਤੂੰ ਉਹਦੇ ਨਾਮ ਦਾ ਦੀਵਾ ਰੱਖ ਤੇ ਜਿਹਦੇ ਵਿੱਚ ਨਿਰਮਲਤਾ ਦੀ ਬੱਤੀ ਹੋਵੇ। ਔਰ ਰਵਿਦਾਸ ਮਹਾਰਾਜ ਜੀ, ਭਗਤ ਰਵਿਦਾਸ ਜੀ ਤਾਂ ਬਹੁਤ ਹੀ ਜ਼ਿਆਦਾ ਕਹਿ ਸਕਦੇ ਹੋ ਕਿ ਤਫਸੀਲ ਦੇ ਵਿੱਚ ਸਮਝਾ ਦਿੰਦੇ ਨੇ। ਕਹਿੰਦੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰਾ ਸਗਲ ਭਵਨ ਆ ਰਿਹਾ। ਕਹਿੰਦੇ ਬਾਹਰੀ ਦੀਵੇ ਜਗਾ ਕੇ ਕੀ ਕੀਤਾ ਜਾ ਸਕਦਾ ਹੈ? ਕਿਤੇ ਸਾਰੇ ਸ਼ਬਦ ਨੂੰ ਪੜ੍ਹਨ ਦਾ ਯਤਨ ਕਰੀਏ, ਜਿੱਥੇ ਉਹ ਕਹਿੰਦੇ ਨੇ ਸਭ ਕੁਝ ਹੀ ਨਾਮ ਹੈ, ਨਾਮ ਤੇਰੋ ਤਾਗਾ ਨਾਮ ਫੂਲ ਮਾਲਾ। ਕਹਿੰਦੇ ਸਭ ਕੁਝ ਹੀ ਨਾਮ ਹੈ, ਤੇ ਕਹਿੰਦੇ ਨਾਮ ਤੇਰੇ ਕੀ ਜੋਤ ਲਗਾਈ ਭਇਓ। ਸਤਨਾਮ ਸਿੰਘ ਦੀ ਲਿਖੀ ਕਿਤਾਬ ਰਵਿਦਾਸ ਜੀ ਕੀ ਹੱਤਿਆ ਕਾ षड्यंत्र, ਉਹਦੇ ਵਿੱਚ ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਸ ਵੇਲੇ ਭਗਤ ਰਵਿਦਾਸ ਜੀ ਨੇ ਇਸ ਸ਼ਬਦ ਦਾ ਉਚਾਰਨ ਕੀਤਾ, ਇਸ ਸ਼ਬਦ ਨੂੰ ਵੀ ਇੱਕ ਮੰਦਰ ਦੇ ਸਾਹਮਣੇ ਉਚਾਰਿਆ, ਜਿੱਥੇ ਮੰਦਰ ਦੇ ਵਿੱਚ ਉੱਥੇ ਵੀ ਪੁਜਾਰੀ ਇੱਕ ਪੱਥਰ ਦੀ ਮੂਰਤੀ ਦੇ ਸਾਹਮਣੇ ਆਰਤੀ ਕਰ ਰਿਹਾ ਸੀ। ਔਰ ਉਸ ਕਿਤਾਬ ਦੇ ਵਿੱਚ ਇਹ ਵੀ ਜ਼ਿਕਰ ਹੈ ਕਿ ਉਸ ਵੇਲੇ ਪੁਜਾਰੀਆਂ ਨੇ ਭਗਤ ਜੀ ਦੇ ਉੱਪਰ ਮਾਰੂ ਹਮਲਾ ਕਰਨ ਦਾ ਯਤਨ ਵੀ ਕੀਤਾ। ਫਿਰ ਇੱਕ ਸ਼ਬਦ ਅਸੀਂ ਹੋਰ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ, ਧੰਨਾ ਭਗਤ ਜੀ ਦਾ। ਸੋ ਆਰਤਾ, ਵੈਸੇ ਬਹੁਤ ਪਿਆਰਾ ਜਵਾਬ ਸਰਦਾਰ ਦਿੱਤ ਸਿੰਘ ਹੁਣਾਂ ਨੇ ਆਪਣੀ ਕਿਤਾਬ ਦੇ ਵਿੱਚ ਵੀ ਗੁਰਮਤ ਆਰਤੀ ਪ੍ਰਬੋਧ ਦੇ ਵਿੱਚ ਲਿਖਿਆ ਹੈ। ਕਹਿੰਦੇ ਕਿ ਲੋਕੀ ਤਾਂ ਸੁਭਾਵਕ ਕਹਿ ਦਿੰਦੇ ਨੇ ਕਿ ਧੰਨਾ ਜੱਟ ਸੀ, ਸਿੱਧਾ ਜਿਹਾ ਬੰਦਾ ਸੀ। ਜੇ ਬਾਕੀ ਭਗਤਾਂ ਨੇ ਆਰਤੀ ਦੀ ਗੱਲ ਕੀਤੀ ਤੇ ਉਹਨੇ ਜਟਕੀ ਜੀ ਸ਼ਬਦਾਵਲੀ 'ਚ ਆਰਤਾ ਕਹਿ ਦਿੱਤਾ। ਨਹੀਂ, ਇੰਜ ਨਹੀਂ ਹੈ। ਉਹ ਆਪ ਹੀ ਅੱਗੇ ਦੱਸਦੇ ਨੇ, ਕਹਿੰਦੇ ਇੰਜ ਨਹੀਂ, ਗੋਪਾਲ ਤੇਰਾ ਆਰਤਾ। ਆਰਤਾ ਦਾ ਭਾਵ ਦੀਨ, ਮੰਗਣ ਵਾਲਾ।
परमात्मा दे दर दे उपर बैठा होया, गोपाल तेरा आरता कि मैं ते तेरे सामने दीन है, जो जन तुमरी भगत करन ते तिनके काज सवारता। सो ਉਹਦੇ ਵਿੱਚ ਤਾਂ ਉਹ ਸਾਰੀ ਇਸ ਕਹਿ ਸਕਦੇ ਹੋ ਕਿ ਜ਼ਿੰਦਗੀ ਜਿਉਣ ਦੀਆਂ ਵਸਤਾਂ ਜਿਹੜੀਆਂ ਨੇ ਉਹ ਵੀ ਪਰਮਾਤਮਾ ਦੇ ਕੋਲੋਂ ਮੰਗਦੇ ਨੇ। ਤੇ ਭਗਤ ਪੀਪਾ ਜੀ ਨੇ ਤੇ ਬੜਾ ਸਪਸ਼ਟ ਕਹਿ ਦਿੱਤਾ ਹੈ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਜੋ ਉਸ ਬ੍ਰਹਿਮੰਡ ਦੇ ਵਿੱਚ ਹੈ ਉਹ ਤੁਹਾਡੇ ਅੰਤਕਰਨ ਦੇ ਵਿੱਚ ਹੈ, ਅੰਤਰ ਆਤਮਾ ਦੇ ਵਿੱਚ ਹੈ, ਤੇ ਉਸ ਖੋਜ ਦੇ ਵਿੱਚੋਂ ਸਭ ਕੁਝ ਜਿਹੜਾ ਪ੍ਰਾਪਤ ਕੀਤਾ ਜਾ ਸਕਦਾ ਹੈ। ਔਰ ਇਹ ਜਿਹੜੇ ਸਾਰੇ ਹਵਾਲੇ ਦਿੱਤੇ ਨੇ ਇਹ ਗਿਆਨੀ ਦਿੱਤ ਸਿੰਘ ਉਹਨਾਂ ਨੇ ਆਪਣੀ ਕਿਤਾਬ ਗੁਰਮਤਿ ਆਰਤੀ ਪ੍ਰਬੋਧ ਦੇ ਵਿੱਚ ਦਿੱਤੇ ਹੋਏ ਨੇ। ਤੇ ਨਾਲ ਉਹ ਇੱਕ ਗੱਲ ਬੜੀ ਪਿਆਰੀ ਕਰਦੇ ਨੇ, ਕਹਿੰਦੇ ਕੁਛ ਵੀਰ ਜਿਹੜੇ ਸੰਪਰਦਾਵਾਂ ਦੇ ਨਾਲ ਜੁੜੇ ਹੁੰਦੇ ਨੇ ਨਾ, ਕਈ ਵਾਰੀ ਉਹਨਾਂ ਨੂੰ ਇਸ ਗੱਲ ਤੇ ਇਤਰਾਜ਼ ਹੁੰਦਾ ਹੈ, ਪਰ ਉਹ ਕਹਿੰਦੇ ਨੇ ਕਿ ਮੈਂ ਕੇਵਲ ਤੇ ਕੇਵਲ ਇਸ ਇੱਕ ਵਿਚਾਰਧਾਰਾ ਦੀ ਗੱਲ ਨਹੀਂ ਕਰ ਰਿਹਾ, ਬਲਕਿ ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਪੰਡਿਤ ਤਾਰਾ ਸਿੰਘ ਨਰੋਤਮ ਤੇ ਗਿਆਨੀ ਭਗਵਾਨ ਸਿੰਘ ਅੰਮ੍ਰਿਤਸਰ ਦੇ ਹਵਾਲੇ ਵੀ ਦਿੱਤੇ ਨੇ ਕਿ ਆਹ ਜਿਹੜੇ ਗੁਰਬਾਣੀ ਦੇ ਵਿੱਚ ਆਏ ਸ਼ਬਦ ਨੇ ਇਹਨਾਂ ਨੂੰ ਪੜ੍ਹ ਕੇ ਤੇ ਇਹਨਾਂ ਦੀ ਵਿਆਖਿਆ ਜਿਹੜੀ ਹੈ ਇਹਨਾਂ ਸੰਪਰਦਾਇ ਵਿਦਵਾਨਾਂ ਦੇ ਵੱਲੋਂ ਕੀਤੀ ਹੋਈ ਹੈ, ਉਹਨੂੰ ਵੀ ਤੁਸੀਂ ਧਿਆਨ ਦੇ ਨਾਲ ਪੜ੍ਹ ਲਵੋ। ਉਹਨਾਂ ਵਿਦਵਾਨਾਂ ਨੇ ਵੀ ਇਹ ਸਪਸ਼ਟ ਕੀਤਾ ਹੋਇਆ ਹੈ ਕਿ ਗੁਰਬਾਣੀ ਦੇ ਵਿੱਚ ਇਹ ਜਿਹੜੇ ਆਏ ਹੋਏ ਸ਼ਬਦ ਨੇ ਇਹਨਾਂ ਦਾ ਸੰਬੰਧ ਉਸ ਆਰਤੀ ਦੇ ਨਾਲ ਨਹੀਂ ਹੈ ਜਿਹੜੀ ਅਸੀਂ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋ ਕੋਸ਼ਿਸ਼ ਕਰੀਏ ਅਸੀਂ ਗੁਰਬਾਣੀ ਦੇ ਵਿੱਚ ਜਿਹੜਾ ਗੁਰਦੇਵ ਪਾਤਸ਼ਾਹ ਨੇ ਸਾਨੂੰ ਇੰਨਾ ਗਿਆਨ, ਇੰਨੀ ਰਹਿਮਤ ਕੀਤੀ ਹੋਈ ਹੈ, ਸਾਨੂੰ ਬਖਸ਼ੀ ਹੋਈ ਹੈ, ਉਸ ਨੂੰ ਸਮਝਣ ਦਾ ਯਤਨ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ। ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।